हेलो बच्चों, इस एपिसोड ਵਿੱਚ ਤੁਸੀਂ ਅਕਾਊਂਟਿੰਗ ਕਨਵੈਨਸ਼ਨਸ ਬਾਰੇ ਜਾਣੋਗੇ। ਪਹਿਲਾਂ ਜਦੋਂ ਬਿਜ਼ਨਸ ਦਾ ਆਕਾਰ ਬਹੁਤ ਛੋਟਾ ਸੀ ਤਾਂ ਇਕੱਲੇ ਪ੍ਰੋਪਰਾਈਟਰ ਨੂੰ ਹੀ ਬਿਜ਼ਨਸ ਦੀ ਪਰਫਾਰਮੈਂਸ ਦੀ ਜਾਣਕਾਰੀ ਦੀ ਜ਼ਰੂਰਤ ਪੈਂਦੀ ਸੀ। ਪਰ ਅੱਜਕੱਲ ਬਿਜ਼ਨਸ ਲਾਰਜ ਸਾਈਜ਼ ਅਤੇ ਕੰਪਲੈਕਸ ਨੇਚਰ ਦਾ ਹੁੰਦਾ ਹੈ, ਜਿੱਥੇ ਅਨੇਕ ਗਰੁੱਪਸ ਨੂੰ ਬਿਜ਼ਨਸ ਦੀ ਪਰਫਾਰਮੈਂਸ ਦੀ ਜਾਣਕਾਰੀ ਵਿੱਚ ਇੰਟਰਸਟ ਹੁੰਦਾ ਹੈ, ਜਿਵੇਂ ਕਿ ਸ਼ੇਅਰ ਹੋਲਡਰਸ, ਡਿਬੈਂਚਰ ਹੋਲਡਰਸ, ਇਨਵੈਸਟਰਸ, EMPLOYEES ਅਤੇ ਕੰਜ਼ਿਊਮਰਸ ਆਦਿ। ਅਕਾਊਂਟਿੰਗ ਨੂੰ ਬਿਜ਼ਨਸ ਪਰਫਾਰਮੈਂਸ ਦੀ ਜਾਣਕਾਰੀ ਦੀ ਰਿਪੋਰਟ ਨੂੰ ਕੁਝ ਇਸ ਤਰ੍ਹਾਂ ਪ੍ਰੈਜ਼ੈਂਟ ਕਰਨਾ ਪੈਂਦਾ ਹੈ ਕਿ ਉਹ ਉਹਨਾਂ ਸਾਰੇ ਗਰੁੱਪਸ ਦੀ ਜ਼ਰੂਰਤਾਂ ਨੂੰ ਪੂਰੀ ਕਰ ਸਕੇ। ਇਸ ਲਈ ਇਹ ਜ਼ਰੂਰੀ ਹੈ ਕਿ ਅਕਾਊਂਟਿੰਗ ਦੀ ਲੈਂਗੁਏਜ ਅਤੇ ਟਰਮੀਨੋਲੋਜੀ ਸਟੈਂਡਰਡਾਈਜ਼ਡ ਹੋਵੇ ਤਾਂ ਜੋ ਅਕਾਊਂਟਸ ਨੂੰ ਪ੍ਰੈਜ਼ੈਂਟ ਕਰਨ ਵਿੱਚ ਯੂਨੀਫਾਰਮਿਟੀ ਹੋਵੇ। ਇਸ ਆਈਡੀਆ ਲਈ ਸਾਇੰਟਿਫਿਕ ਸਟੱਡੀ, ਐਨਾਲਿਸਿਸ ਅਤੇ ਅਕਾਊਂਟਸ ਦੀ ਪਰਫਾਰਮੈਂਸ ਦੀ ਲੋੜ ਪੈਂਦੀ ਹੈ। ਅਕਾਊਂਟਿੰਗ ਨੌਲੇਜ ਦੀ ਇੱਕ ਸਿਸਟਮੈਟਾਈਜ਼ਡ ਬਾਡੀ ਹੈ ਜਿਸ ਵਿੱਚ ਕਾਜ਼ ਐਂਡ ਇਫੈਕਟ ਰਿਲੇਸ਼ਨਸ਼ਿਪ ਹੁੰਦਾ ਹੈ। ਇਸ ਸਬਜੈਕਟ ਦੇ ਕਈ ਕਨਸੈਪਟਸ, ਕਨਵੈਨਸ਼ਨਸ, ਸਟੈਂਡਰਡ ਲੈਂਗੁਏਜ ਅਤੇ ਟਰਮੀਨੋਲੋਜੀ ਸਥਾਪਿਤ ਹਨ ਜਿਸ ਨਾਲ ਇੰਟਰਸਟਿਡ ਪਾਰਟੀਜ਼ ਨੂੰ ਇਸ ਨੂੰ ਸਮਝਣ ਵਿੱਚ ਆਸਾਨੀ ਹੋਵੇ ਤਾਂ ਜੋ ਉਹ ਇਸ ਜਾਣਕਾਰੀ ਨੂੰ ਉਸੇ ਅਰਥ ਵਿੱਚ ਸਮਝ ਸਕਣ ਜਿਸ ਤਰ੍ਹਾਂ ਅਕਾਊਂਟੈਂਟ ਉਹਨਾਂ ਨੂੰ ਸਮਝਾਉਣਾ ਚਾਹੁੰਦਾ ਹੈ। ਇਹਨਾਂ ਨਿਯਮਾਂ ਨੂੰ ਜਨਰਲੀ ਐਕਸੈਪਟਡ ਅਕਾਊਂਟਿੰਗ ਪ੍ਰਿੰਸੀਪਲਸ GAAP ਆਖਦੇ ਹਨ। ਅਕਾਊਂਟਿੰਗ ਅਜ਼ੰਪਸ਼ਨਸ ਅਤੇ ਬਿਜ਼ਨਸ ਟ੍ਰਾਂਜੈਕਸ਼ਨਸ ਨੂੰ ਰਿਕਾਰਡ ਅਤੇ ਰਿਪੋਰਟ ਕਰਨ ਦੇ ਨਿਯਮਾਂ ਨੂੰ ਕਨਸੈਪਟਸ, ਪ੍ਰਿੰਸੀਪਲਸ, ਕਨਵੈਨਸ਼ਨਸ, ਡਾਕਟਰੀਨਸ, ਐਕਸੀਓਮਸ ਅਤੇ ਪੋਸਟੂਲੇਟਸ ਦੀਆਂ ਟਰਮਸ ਨਾਲ ਜਾਣਿਆ ਜਾਂਦਾ ਹੈ। ਕਨਸੈਪਟ ਦਾ ਅਰਥ ਹੈ ਲੌਜੀਕਲ ਕੰਸੀਡਰੇਸ਼ਨ ਅਤੇ ਉਹ ਨੋਸ਼ਨ ਜੋ ਕਿ ਜਨਰਲੀ ਅਤੇ ਵਾਈਡਲੀ ਐਕਸੈਪਟਡ ਹੋਣ। ਇਸ ਟਰਮ ਨੂੰ ਹਾਰਡ ਐਂਡ ਫਾਸਟ ਰੂਲਸ ਦੀ ਸੂਰਤ ਵਾਂਗ ਨਹੀਂ ਮੰਨਿਆ ਜਾਂਦਾ ਹੈ, ਬਲਕਿ ਸਮਾਨ ਉਪਯੋਗ ਦੇ ਨਿਯਮਾਂ ਵਰਗਾ ਜੋ ਕਿ ਪਰਟੀਕੂਲਰ ਸਰਕਮਸਟੈਂਸਸ ਦੇ ਅਨੁਸਾਰ ਅਕਾਊਂਟਿੰਗ ਦੇ ਤਰੀਕੇ ਦੀ ਚੋਣ ਕਰਨ ਵਿੱਚ ਮਦਦ ਕਰਦਾ ਹੈ। ਅਕਾਊਂਟਿੰਗ ਪ੍ਰਿੰਸੀਪਲਸ ਨੂੰ ਆਮ ਤੌਰ ਤੇ ਪ੍ਰੋਫੈਸ਼ਨਲ ਅਕਾਊਂਟਿੰਗ ਬਾਡੀਜ਼ ਜਿਵੇਂ ਕਿ ਇੰਸਟੀਚਿਊਟ ਆਫ ਚਾਰਟਰਡ ਅਕਾਊਂਟੈਂਟਸ ਆਫ ਇੰਡੀਆ ICAI, the Institute of Chartered Accountants of England and Wales, the American Institute of Certified Public Accountants AICPA ਆਦਿ ਤਿਆਰ ਕਰਦੀਆਂ ਹਨ। GAAP ਦੇ ਪ੍ਰਯੋਗ ਨਾਲ ਅਕਾਊਂਟਿੰਗ ਪ੍ਰੈਕਟਿਸਿਸ ਅਤੇ ਪ੍ਰੋਸੀਜਰਸ ਲਈ ਸਟੈਂਡਰਡਸ ਤਿਆਰ ਹੁੰਦੇ ਹਨ। ਇਹ ਪ੍ਰਿੰਸੀਪਲਸ ਫਾਈਨੈਂਸ਼ੀਅਲ ਸਟੇਟਮੈਂਟਸ ਨੂੰ ਸਹੀ ਜਾਂ ਗਲਤ ਬਣਾਉਣ ਲਈ ਦਿਸ਼ਾ ਨਿਰਦੇਸ਼ ਦਿੰਦੇ ਹਨ। ਡਾਕਟਰਿਨ ਦਾ ਅਰਥ ਹੈ ਪ੍ਰਿੰਸੀਪਲਸ ਆਫ ਬਿਲੀਫ, ਜੋ ਕਿ ਸਕ੍ਰਿਪਚਰਸ ਕਿਸੇ ਸਬਜੈਕਟ ਬਾਰੇ ਦੱਸਦੀਆਂ ਹਨ। ਇਹ ਉਹਨਾਂ ਐਸਟੈਬਲਿਸ਼ਡ ਪ੍ਰਿੰਸੀਪਲਸ ਨੂੰ ਦਰਸਾਉਂਦਾ ਹੈ ਜੋ ਕਿ ਇੱਕ ਟੀਚਰ ਦੁਆਰਾ ਪ੍ਰਚਾਰਿਤ ਕੀਤੇ ਜਾਂਦੇ ਹਨ ਅਤੇ ਜਿਨ੍ਹਾਂ ਨੂੰ ਪੂਰੀ ਨਿਸ਼ਠਾ ਨਾਲ ਮੰਨਿਆ ਜਾਂਦਾ ਹੈ। ਪਰ ਅਕਾਊਂਟਿੰਗ ਪ੍ਰੈਕਟਿਸ ਵਿੱਚ ਇਸ ਤਰ੍ਹਾਂ ਦੀ ਕਿਸੇ ਡਾਕਟਰਿਨ ਨੂੰ ਮੰਨਣ ਦੀ ਲੋੜ ਨਹੀਂ ਪੈਂਦੀ, ਕੇਵਲ ਜਨਰਲ ਪ੍ਰਿੰਸੀਪਲਸ ਜਾਂ ਪਾਲਿਸੀਜ਼ ਨੂੰ ਮੰਨਣਾ ਪੈਂਦਾ ਹੈ। ਐਕਸੀਓਮਸ ਸਟੇਟਮੈਂਟ ਆਫ ਟਰੂਥ ਨੂੰ ਕਹਿੰਦੇ ਹਨ, ਜਿਨ੍ਹਾਂ ਤੇ ਕੋਈ ਵੀ ਕੁਐਸਚਨ ਨਹੀਂ ਕਰ ਸਕਦਾ ਹੈ। ਇਸ ਐਪੀਸੋਡ ਵਿੱਚ ਅਸੀਂ ਕਨਵੈਨਸ਼ਨਸ ਤੇ ਐਮਫਸਾਈਜ਼ ਕਰਾਂਗੇ। ਅਕਾਊਂਟੈਂਟਸ ਵਿੱਚ ਅਕਾਊਂਟਿੰਗ ਦੇ ਬੇਸਿਕ ਕਨਸੈਪਟਸ ਤੇ ਕੋਈ ਪਰਸਪਰ ਸਹਿਮਤੀ ਨਹੀਂ ਹੈ। Generally accepted accounting principles GAAP ਵਿੱਚ ਯੂਨੀਫਾਰਮਿਟੀ ਨਹੀਂ ਹੈ। ਹੁਣ ਇੰਟਰਨੈਸ਼ਨਲ ਫਾਈਨੈਂਸ਼ੀਅਲ ਰਿਪੋਰਟਿੰਗ ਸਟੈਂਡਰਡਸ IFRS ਅਡਾਪਟ ਕਰਨ ਤੇ ਸਹਿਮਤੀ ਬਣ ਰਹੀ ਹੈ। ਐਟ ਪ੍ਰੈਜ਼ੈਂਟ 100 ਤੋਂ ਵੱਧ ਦੇਸ਼ਾਂ ਨੇ IFRS ਨੂੰ ਲਾਗੂ ਕੀਤਾ ਹੋਇਆ ਹੈ ਅਤੇ ਹੋਰ ਦੇਸ਼ ਵੀ ਇਸ ਨੂੰ ਲਾਗੂ ਕਰਨ ਵਾਲੇ ਹਨ। ਇਹਨਾਂ ਵਿੱਚ ਟਰਮਸ ਜਿਵੇਂ ਐਕਸੀਓਮਸ, assumptions, conventions, concepts, generalizations, methods, rules, doctrines, techniques, postulates, standards ਅਤੇ canons ਨੂੰ
ਆਮ ਤੌਰ ਤੇ ਇੱਕ ਦੂਜੇ ਦੇ ਅਰਥ ਦੇ ਅਨੁਕੂਲ ਇਸਤੇਮਾਲ ਕੀਤਾ ਜਾਂਦਾ ਹੈ। ਆਓ ਹੁਣ ਅਸੀਂ ਅਕਾਊਂਟਿੰਗ ਕਨਵੈਨਸ਼ਨਸ ਬਾਰੇ ਗੱਲ ਕਰਦੇ ਹਾਂ। ਅਕਾਊਂਟਿੰਗ ਕਨਵੈਨਸ਼ਨਸ। ਕਨਵੈਨਸ਼ਨ ਟਰਮ ਦਾ ਅਰਥ ਹੈ ਐਸਟੈਬਲਿਸ਼ਡ ਯੂਸੇਜ। ਕਨਵੈਨਸ਼ਨਸ ਕਸਟਮ ਅਤੇ ਪ੍ਰੈਕਟੀਕੇਬਿਲਿਟੀ ਤੇ ਆਧਾਰਿਤ ਹੁੰਦੀਆਂ ਹਨ, ਜਿਸ ਦੇ ਪਿੱਛੇ ਕੁਝ ਲੌਜਿਕ ਹੁੰਦਾ ਹੈ। ਟੂ ਅਤੇ ਬਾਏ ਸ਼ਬਦਾਂ ਦਾ ਪ੍ਰਯੋਗ ਪਰਸਨਸ, ਪ੍ਰਾਪਰਟੀਜ਼, ਐਕਸਪੈਂਸਿਸ ਅਤੇ ਇਨਕਮਸ ਨਾਲ ਕਰਕੇ ਉਹਨਾਂ ਨੂੰ ਡੈਬਿਟ ਅਤੇ ਕ੍ਰੈਡਿਟ ਸਾਈਡ ਦਰਸਾਉਣ ਦੀ ਕਨਵੈਨਸ਼ਨ ਯੂਕੇ, ਇੰਡੀਆ ਅਤੇ ਹੋਰ ਕਈ ਦੇਸ਼ਾਂ ਵਿੱਚ ਅਪਣਾਈ ਜਾਂਦੀ ਹੈ, ਪਰ ਇਹ USA ਵਿੱਚ ਨਹੀਂ ਅਪਣਾਈ ਜਾਂਦੀ ਹੈ। ਅਕਾਊਂਟਿੰਗ ਕਨਵੈਨਸ਼ਨਸ ਇਸ ਤਰ੍ਹਾਂ ਹਨ: ਫੁੱਲ ਡਿਸਕਲੋਜ਼ਰ, ਕੰਸਿਸਟੈਂਸੀ, ਕੰਜ਼ਰਵੇਟਿਜ਼ਮ, ਮਟੀਰੀਅਲਿਟੀ ਐਂਡ ਆਬਜੈਕਟਿਵਿਟੀ। ਆਓ ਹੁਣ ਅਸੀਂ ਇਹਨਾਂ ਕਨਵੈਨਸ਼ਨਸ ਬਾਰੇ ਡਿਟੇਲ ਵਿੱਚ ਜਾਣੀਏ। ਪਹਿਲੀ ਅਕਾਊਂਟਿੰਗ ਕਨਵੈਨਸ਼ਨ ਫੁੱਲ ਡਿਸਕਲੋਜ਼ਰ ਹੈ। ਸਮੁੱਚੇ ਸਪਸ਼ਟੀਕਰਨ ਦੀ ਕਨਵੈਨਸ਼ਨ ਅਨੁਸਾਰ ਇੱਕ ਸੰਸਥਾ ਦੇ ਇਕੋਨੋਮਿਕ ਅਫੇਅਰਸ ਦੇ ਫਾਈਨੈਂਸ਼ੀਅਲ ਸਟੇਟਮੈਂਟਸ ਵਿੱਚ ਸਾਰੀਆਂ ਅਹਿਮ ਜਾਣਕਾਰੀਆਂ ਨੂੰ ਪੂਰੀ ਤਰ੍ਹਾਂ ਅਤੇ ਆਸਾਨੀ ਨਾਲ ਸਮਝ ਆਉਣ ਵਾਲੀਆਂ ਰਿਪੋਰਟਸ ਦੇ ਰੂਪ ਵਿੱਚ ਦਰਸਾਇਆ ਜਾਂਦਾ ਹੈ। ਇਹ ਕਨਵੈਨਸ਼ਨ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਫਾਈਨੈਂਸ਼ੀਅਲ ਸਟੇਟਮੈਂਟਸ ਥੱਲੇ ਫੁੱਟਨੋਟ ਦਿੱਤੇ ਜਾਂਦੇ ਹਨ। ਲੀਗਲ ਰਿਕੁਆਇਰਮੈਂਟਸ ਦੇ ਨਾਲ ਗੁੱਡ ਅਕਾਊਂਟਿੰਗ ਪ੍ਰੈਕਟਿਸ ਵਿੱਚ ਸਾਰੀ ਸਿਗਨੀਫੀਕੈਂਟ ਇਨਫੋਰਮੇਸ਼ਨ ਦਾ ਖੁਲਾਸਾ ਕਰਨਾ ਜ਼ਰੂਰੀ ਹੁੰਦਾ ਹੈ। ਉਦਾਹਰਣ ਲਈ, ਨਾ ਕੇਵਲ ਅਸੈਟਸ ਨੂੰ ਸਟੇਟ ਕੀਤਾ ਜਾਣਾ ਚਾਹੀਦਾ ਹੈ, ਬਲਕਿ ਵੈਲਿਊਏਸ਼ਨ ਦੇ ਸਾਰੇ ਮੋਡਸ ਦਾ ਖੁਲਾਸਾ ਕੀਤਾ ਜਾਣਾ ਚਾਹੀਦਾ ਹੈ। ਇਸ ਦਾ ਅਰਥ ਹੈ ਕਿ ਫਾਈਨੈਂਸ਼ੀਅਲ ਸਟੇਟਮੈਂਟਸ ਵਿੱਚ ਸਾਰੀਆਂ ਵਸਤੂਆਂ ਸੰਬੰਧੀ ਫਾਈਨੈਂਸ਼ੀਅਲ ਇਨਫੋਰਮੇਸ਼ਨ ਦਾ ਖੁਲਾਸਾ ਹੋਣਾ ਚਾਹੀਦਾ ਹੈ। ਡਿਸਕਲੋਜ਼ਰ ਦੀ ਡਾਕਟ੍ਰਿਨ ਅਨੁਸਾਰ ਫਾਈਨੈਂਸ਼ੀਅਲ ਸਟੇਟਮੈਂਟਸ ਵਿੱਚ ਹਰ ਤਰ੍ਹਾਂ ਦੀਆਂ ਵਸਤੂਆਂ ਸੰਬੰਧੀ ਜਾਣਕਾਰੀ ਦਾ ਖੁਲਾਸਾ ਹੋਣਾ ਚਾਹੀਦਾ ਹੈ, ਤਾਂ ਜੋ ਸ਼ੇਅਰ ਹੋਲਡਰਸ, ਕ੍ਰੈਡੀਟਰਸ ਅਤੇ ਬੈਂਕਰਸ ਨੂੰ ਰੈਲੇਵੈਂਟ ਅਤੇ ਰਿਲਾਇਬਲ ਇਨਫੋਰਮੇਸ਼ਨ ਪ੍ਰਾਪਤ ਹੋ ਸਕੇ ਜੋ ਉਹਨਾਂ ਲਈ ਲਾਭਕਾਰੀ ਹੋਏ। ਜੇ ਬੈਲੈਂਸ ਸ਼ੀਟ ਵਿੱਚ ਕੋਈ ਜਾਣਕਾਰੀ ਦਰਸਾਈ ਨਹੀਂ ਜਾਂਦੀ ਤਾਂ ਅਪੈਂਡਿੰਗ ਨੋਟਸ ਦੀ ਮਦਦ ਨਾਲ ਪ੍ਰਿੰਸੀਪਲ ਆਫ ਫੁੱਲ ਡਿਸਕਲੋਜ਼ਰ ਦਾ ਪਾਲਨ ਕੀਤਾ ਜਾਂਦਾ ਹੈ। ਇਹ ਜ਼ਰੂਰੀ ਹੁੰਦਾ ਹੈ ਕਿ ਦਿੱਤੀ ਗਈ ਜਾਣਕਾਰੀ ਦਾ ਅਕਾਊਂਟ ਰੱਖਿਆ ਜਾਏ ਅਤੇ ਇਹ ਵਾਸਤਵਿਕ ਅਤੇ ਆਰਥਿਕ ਰੂਪ ਵਿੱਚ ਉਪਲਬਧ ਹੋਏ, ਨਾ ਕਿ ਕੇਵਲ ਲੀਗਲ ਫਾਰਮ ਦੀ ਪੂਰਤੀ ਕਰਨ ਲਈ ਹੋਵੇ। ਸਾਰੇ ਮਟੀਰੀਅਲ ਫੈਕਟਸ ਦਾ ਖੁਲਾਸਾ ਕਰਨ ਦਾ ਇਹ ਅਰਥ ਨਹੀਂ ਹੈ ਕਿ ਬਿਜ਼ਨਸ ਸੀਕ੍ਰੇਟਸ ਦੱਸੇ ਜਾਣ, ਬਲਕਿ ਸਾਰੀ ਰੈਲੇਵੈਂਟ ਇਨਫੋਰਮੇਸ਼ਨ ਕ੍ਰੈਡੀਟਰਸ ਅਤੇ ਇਨਵੈਸਟਰਸ ਨੂੰ ਦਿੱਤੀ ਜਾਏ। ਇਸ ਨਾਲ ਉਹਨਾਂ ਵਿੱਚ ਕੌਨਫੀਡੈਂਸ ਅਤੇ ਫੇਥ ਵੱਧਦਾ ਹੈ। ਪਹਿਲਾਂ ਜ਼ਰੂਰੀ ਜਾਣਕਾਰੀ ਦਾ ਯੂਜ਼ਰਸ ਨੂੰ ਖੁਲਾਸਾ ਵੋਲੰਟਰੀਲੀ ਹੁੰਦਾ ਸੀ, ਪਰ ਹੁਣ ਰਾਈਟ ਟੂ ਇਨਫੋਰਮੇਸ਼ਨ ਦੇ ਕਾਨੂੰਨ ਨਾਲ ਕ੍ਰੈਡੀਟਰਸ ਅਤੇ ਇਨਵੈਸਟਰਸ ਦੇ ਹੱਕ ਵਿੱਚ ਕਾਨੂੰਨ ਬਣ ਗਿਆ ਹੈ। ਉਹ ਕਿਸੇ ਵੀ ਐਂਟਰਪ੍ਰਾਈਜ਼ ਤੋਂ ਜ਼ਰੂਰੀ ਜਾਣਕਾਰੀ ਬਿਨਾਂ ਕਿਸੇ ਪਰੇਸ਼ਾਨੀ ਦੇ ਪ੍ਰਾਪਤ ਕਰ ਸਕਦੇ ਹਨ। ਦੂਸਰੀ ਅਕਾਊਂਟਿੰਗ ਕਨਵੈਨਸ਼ਨ ਕੰਸਿਸਟੈਂਸੀ ਹੈ। ਬਿਜ਼ਨਸ ਇੱਕ ਗੋਇੰਗ ਕੰਸਰਨ ਹੁੰਦਾ ਹੈ। ਇਹ ਅਨਿਸ਼ਚਿਤ ਸਮੇਂ ਤੱਕ ਲਗਾਤਾਰ ਚੱਲਦੀ ਰਹਿੰਦੀ ਹੈ। ਕਰੰਟ ਈਅਰ ਦੀਆਂ ਅਕਾਊਂਟਿੰਗ ਸਟੇਟਮੈਂਟਸ ਦੀ ਪਿਛਲੇ ਸਾਲ ਦੇ ਕਥਨਾਂ ਨਾਲ ਤੁਲਨਾ ਕਰਕੇ ਮਹੱਤਵਪੂਰਨ ਨਿਸ਼ਕਰਸ਼ ਕੱਢੇ ਜਾਂਦੇ ਹਨ। ਸਹੀ ਢੰਗ ਨਾਲ ਤੁਲਨਾ ਤਾਂ ਹੀ ਹੋ ਸਕਦੀ ਹੈ ਜੇ ਅਕਾਊਂਟਸ ਵਿੱਚ ਰਿਕਾਰਡ ਅਤੇ ਉਹਨਾਂ ਨੂੰ ਪ੍ਰੈਜ਼ੈਂਟ ਕਰਨ ਦਾ ਤਰੀਕਾ ਨਾ ਬਦਲਿਆ ਜਾਏ। ਕਨਵੈਨਸ਼ਨ ਆਫ ਕੰਸਿਸਟੈਂਸੀ ਅਨੁਸਾਰ ਇੱਕ ਵਾਰੀ ਚੁਣੇ ਗਏ ਅਕਾਊਂਟਿੰਗ ਦੇ ਤਰੀਕੇ ਨੂੰ ਮੰਨ ਕੇ ਹਰ ਸਾਲ ਉਸੇ ਦੇ ਆਧਾਰ ਤੇ ਅਕਾਊਂਟਿੰਗ ਕੀਤੀ ਜਾਂਦੀ ਹੈ। ਇਸ ਨਾਲ ਅਕਾਊਂਟਿੰਗ ਇਨਫੋਰਮੇਸ਼ਨ ਨੂੰ ਸਮਝਣ ਵਿੱਚ ਅਤੇ ਉਹਨਾਂ ਦੀ ਪਿਛਲੇ ਸਾਲਾਂ ਦੇ ਖਾਤਿਆਂ ਨਾਲ ਤੁਲਨਾ ਅਕਾਊਂਟਿੰਗ ਦੀ ਜਾਣਕਾਰੀ ਦੀ ਗੁਣਾਤਮਕ ਵਿਸ਼ੇਸ਼ਤਾ ਕਰਨ ਵਿੱਚ ਮਦਦ ਮਿਲਦੀ ਹੈ। ਇਹ ਪ੍ਰਿੰਸੀਪਲ ਤਾਂ ਹੋਰ ਵੀ ਮਹੱਤਵਪੂਰਨ ਹੋ ਜਾਂਦਾ ਹੈ ਜਦੋਂ ਵੱਖਰੀਆਂ ਅਕਾਊਂਟਿੰਗ ਪ੍ਰੈਕਟਿਸਿਸ ਅਪਣਾਏ ਜਾਂਦੇ ਹਨ ਅਤੇ ਸਾਰੇ ਹੀ ਮੰਨੇ ਜਾਣਦੇ ਹੋਣ। ਉਦਾਹਰਣ ਲਈ, ਡੈਪਰੀਸੀਏਸ਼ਨ ਦਾ ਆਂਕਲਨ ਲਈ ਰਾਈਟ ਡਾਊਨ ਵੈਲਿਊ ਮੈਥਡ ਜਾਂ ਸਟ੍ਰੇਟ ਲਾਈਨ ਮੈਥਡ ਅਪਣਾਇਆ ਜਾ ਸਕਦਾ ਹੈ, ਕਿਉਂਕਿ ਦੋਨੋਂ ਹੀ ਬਰਾਬਰ ਮੰਨੇ ਜਾਂਦੇ ਹਨ।
ਇੱਕ ਵਾਰੀ ਚੁਣੇ ਗਏ ਮੈਥਡ ਨੂੰ ਹੀ ਹਰ ਸਾਲ ਇਸਤੇਮਾਲ ਕੀਤਾ ਜਾਣਾ ਚਾਹੀਦਾ ਹੈ। ਕੰਸਿਸਟੈਂਸੀ ਦੀ ਕਨਵੈਨਸ਼ਨ ਦਾ ਇਹ ਅਰਥ ਨਹੀਂ ਹੈ ਕਿ ਬਿਜ਼ਨਸ ਬਿਹਤਰ ਅਤੇ ਨਵੇਂ ਤਰੀਕਿਆਂ ਨੂੰ ਨਹੀਂ ਅਪਣਾ ਸਕਦਾ। ਜੇ ਬਿਜ਼ਨਸ ਪੁਰਾਣੇ ਤਰੀਕਿਆਂ ਤੋਂ ਡਿਵੀਏਟ ਹੁੰਦਾ ਹੈ ਤਾਂ ਤਰੀਕੇ ਬਦਲ ਜਾਂਦੇ ਹਨ, ਤਾਂ ਇਸ ਜਾਣਕਾਰੀ ਦਾ ਖੁਲਾਸਾ ਰੀਜ਼ਨਸ ਨਾਲ ਹੋਣਾ ਚਾਹੀਦਾ ਹੈ। ਕਨਵੈਨਸ਼ਨ ਆਫ ਕੰਸਿਸਟੈਂਸੀ ਨੂੰ ਉਹਨਾਂ ਸੂਰਤਾਂ ਵਿੱਚ ਅਪਣਾਇਆ ਜਾਣਾ ਚਾਹੀਦਾ ਹੈ ਜਿੱਥੇ ਅਨੁਕੂਲਤਾ ਨਾ ਹੋਵੇ। ਉਦਾਹਰਣ ਲਈ, ਸਟਾਕ ਅਤੇ ਇਨਵੈਸਟਮੈਂਟ ਦਾ ਮੁਲਾਂਕਣ ਉਸ ਦੀ ਕਾਸਟ ਜਾਂ ਮਾਰਕੀਟ ਪ੍ਰਾਈਸ ਤੇ ਕੀਤਾ ਜਾਂਦਾ ਹੈ ਜੋ ਵੀ ਘੱਟ ਹੋਵੇ। ਇਹ ਹੋ ਸਕਦਾ ਹੈ ਸ਼ੇਅਰਾਂ ਦਾ ਮੁਲਾਂਕਣ ਪਿਛਲੇ ਸਾਲ ਉਹਨਾਂ ਦੀ ਕਾਸਟ ਪ੍ਰਾਈਸ ਤੇ ਕੀਤਾ ਗਿਆ ਹੋਵੇ, ਪਰ ਇਸ ਸਾਲ ਉਹਨਾਂ ਦਾ ਮੁਲਾਂਕਣ ਉਹਨਾਂ ਦੀ ਮਾਰਕੀਟ ਪ੍ਰਾਈਸ ਤੇ ਹੋਵੇ ਕਿਉਂਕਿ ਮਾਰਕੀਟ ਪ੍ਰਾਈਸ ਉਸ ਦੀ ਕਾਸਟ ਪ੍ਰਾਈਸ ਤੋਂ ਘੱਟ ਹੋਵੇ। ਇਸ ਤਰ੍ਹਾਂ ਦਾ ਮੁਲਾਂਕਣ ਅਨੁਕੂਲ ਨਹੀਂ ਹੈ, ਪਰ ਇਹ ਅਨੁਕੂਲਤਾ ਦੇ ਸਿਧਾਂਤ ਦੇ ਅਨੁਸਾਰ ਹੀ ਹੈ ਕਿਉਂਕਿ ਪ੍ਰਿੰਸੀਪਲ ਕਾਂਸਟੈਂਟ ਹੈ। ਇਸ ਪ੍ਰਿੰਸੀਪਲ ਅਨੁਸਾਰ ਫਾਈਨੈਂਸ਼ੀਅਲ ਰਿਪੋਰਟਸ ਨੂੰ ਪਿਛਲੇ ਸਾਲਾਂ ਦੀਆਂ ਰਿਪੋਰਟਸ ਦੇ ਆਧਾਰ ਤੇ ਅਨੁਕੂਲ ਹੋਣਾ ਚਾਹੀਦਾ ਹੈ। ਤੀਸਰਾ ਅਕਾਊਂਟਿੰਗ ਕਨਵੈਨਸ਼ਨ ਕੰਜ਼ਰਵੇਟਿਜ਼ਮ ਹੈ। ਬਿਜ਼ਨਸ ਨੂੰ ਕਈ ਤਰ੍ਹਾਂ ਦੇ ਰਿਸਕਸ ਅਤੇ ਅਨਸਰਟੇਨਟੀਜ਼ ਦਾ ਸਾਹਮਣਾ ਕਰਨਾ ਪੈਂਦਾ ਹੈ। ਕਿਸੇ ਨੂੰ ਬਿਜ਼ਨਸ ਦਾ ਭਵਿੱਖ ਪੂਰੀ ਸਟੀਕਤਾ ਨਾਲ ਨਹੀਂ ਪਤਾ ਹੁੰਦਾ ਹੈ। ਫਾਈਨੈਂਸ਼ੀਅਲ ਸਟੇਟਮੈਂਟਸ ਵਿੱਚ ਕੰਜ਼ਰਵੇਟਿਜ਼ਮ ਅਨੁਸਾਰ ਕਿਸੇ ਤਰ੍ਹਾਂ ਦੇ ਲਾਭ ਦੀ ਭਵਿੱਖਬਾਣੀ ਨਹੀਂ ਕਰਨੀ ਚਾਹੀਦੀ ਹੈ, ਪਰ ਹਰ ਤਰ੍ਹਾਂ ਦੇ ਹੋ ਸਕਣ ਵਾਲੇ ਘਾਟੇ ਨੂੰ ਜੋੜਿਆ ਜਾਣਾ ਚਾਹੀਦਾ ਹੈ। ਦੂਸਰੇ ਸ਼ਬਦਾਂ ਵਿੱਚ, ਅਕਾਊਂਟੈਂਟ ਸੁਰੱਖਿਆ ਦੀ ਨੀਤੀ ਅਪਣਾਉਂਦਾ ਹੈ। ਜੇ ਸਟਾਕ ਦਾ ਮਾਰਕੀਟ ਪ੍ਰਾਈਸ ਉਸ ਦੀ ਕਾਸਟ ਤੋਂ ਵੱਧ ਹੁੰਦਾ ਹੈ ਤਾਂ ਸਟਾਕ ਨੂੰ ਉਸ ਦੀ ਕਾਸਟ ਤੇ ਰਿਕਾਰਡ ਕੀਤਾ ਜਾਂਦਾ ਹੈ ਤਾਂ ਜੋ ਸ਼ੇਅਰ ਦਾ ਮਾਰਕੀਟ ਪ੍ਰਾਈਸ ਵਧਣ ਨਾਲ ਹੋਏ ਲਾਭ ਨੂੰ ਅਣਦੇਖਾ ਕੀਤਾ ਜਾ ਸਕੇ। ਪਰ ਜੇ ਸ਼ੇਅਰ ਦਾ ਮਾਰਕੀਟ ਪ੍ਰਾਈਸ ਉਸ ਦੀ ਕਾਸਟ ਤੋਂ ਵੀ ਘੱਟ ਹੁੰਦਾ ਹੈ ਤਾਂ ਉਸ ਨੂੰ ਉਸ ਦੇ ਮਾਰਕੀਟ ਪ੍ਰਾਈਸ ਤੇ ਰਿਕਾਰਡ ਕੀਤਾ ਜਾਂਦਾ ਹੈ ਤਾਂ ਜੋ ਕੀਮਤ ਵਿੱਚ ਗਿਰਾਵਟ ਨਾਲ ਅਨਫੋਰਸੀਨ ਲਾਸਸ ਲਈ ਬੰਦੋਬਸਤ ਕੀਤਾ ਜਾ ਸਕੇ ਅਤੇ ਸ਼ੇਅਰ ਨੂੰ ਉਸ ਦੀ ਕਾਸਟ ਜਾਂ ਮਾਰਕੀਟ ਪ੍ਰਾਈਸ ਤੇ ਰਿਕਾਰਡ ਕੀਤਾ ਜਾਂਦਾ ਹੈ ਜੋ ਵੀ ਘੱਟ ਹੋਵੇ। ਇਸ ਪ੍ਰਿੰਸੀਪਲ ਅਨੁਸਾਰ ਬਿਜ਼ਨਸ ਸੇਫ ਪਾਲਿਸੀ ਅਪਣਾਉਂਦਾ ਹੈ। ਇਸ ਵਿੱਚ ਪ੍ਰੋਸਪੈਕਟਿਵ ਲਾਸਸ ਦਾ ਬੰਦੋਬਸਤ ਕੀਤਾ ਜਾਂਦਾ ਹੈ ਅਤੇ ਪ੍ਰੋਸਪੈਕਟਿਵ ਪ੍ਰੋਫਿਟਸ ਨੂੰ ਨਜ਼ਰਅੰਦਾਜ਼ ਕੀਤਾ ਜਾਂਦਾ ਹੈ। ਫਾਈਨੈਂਸ਼ੀਅਲ ਸਟੇਟਮੈਂਟਸ ਵਿੱਚ ਸਮਝਦਾਰੀ ਇਹ ਡਿਮਾਂਡ ਕਰਦੀ ਹੈ ਕਿ ਹਰ ਤਰ੍ਹਾਂ ਦੀਆਂ ਅਨਸਰਟੇਨਟੀਜ਼ ਅਤੇ ਸਫੀਸ਼ੀਐਂਟ ਪ੍ਰੋਵੀਜ਼ਨਸ ਵਿੱਚ ਹੋਣ ਵਾਲੇ ਲਾਸਸ ਲਈ ਬੰਦੋਬਸਤ ਕੀਤਾ ਜਾਵੇ। ਉਦਾਹਰਣ ਲਈ, ਅਸੀਂ ਲੈਂਡ ਅਤੇ ਬਿਲਡਿੰਗ ਲਈ ਡੈਪਰੀਸੀਏਟਿੰਗ ਲੈਂਡ ਪਾਉਂਦੇ ਰਹਿੰਦੇ ਹਾਂ, ਭਲੇ ਹੀ ਉਹਨਾਂ ਦਾ ਮੁੱਲ ਵੱਧਦਾ ਜਾ ਰਿਹਾ ਹੋਵੇ। ਇਹ ਦਰਸਾਉਂਦਾ ਹੈ ਕਿ ਬਿਜ਼ਨਸ ਸੁਰੱਖਿਆ ਦੀ ਨੀਤੀ ਅਪਣਾਉਂਦਾ ਹੈ। ਪ੍ਰਿੰਸੀਪਲ ਆਫ ਕੰਜ਼ਰਵੇਟਿਜ਼ਮ ਦਾ ਪ੍ਰਯੋਗ ਨਿਮਨ ਫੈਕਟਸ ਤੋਂ ਪ੍ਰਗਟ ਹੁੰਦਾ ਹੈ। ਸ਼ੇਅਰ ਦਾ ਮੁਲਾਂਕਣ ਉਸ ਦੇ ਕਾਸਟ ਪ੍ਰਾਈਸ ਜਾਂ ਮਾਰਕੀਟ ਪ੍ਰਾਈਸ ਤੇ ਕਰਨਾ ਜੋ ਵੀ ਘੱਟ ਹੋਵੇ। ਨਿਵੇਸ਼ ਦਾ ਮੁਲਾਂਕਣ ਕਾਸਟ ਪ੍ਰਾਈਸ ਜਾਂ ਮਾਰਕੀਟ ਪ੍ਰਾਈਸ ਤੇ ਕਰਨਾ ਜੋ ਵੀ ਘੱਟ ਹੋਵੇ। ਨਿਵੇਸ਼ ਵਿੱਚ ਉਤਾਰ ਚੜਾਵ ਲਈ ਫੰਡ ਬਣਾਉਣਾ। ਬੈਡ ਅਤੇ ਡਾਊਟਫੁਲ ਡੈਟਸ ਲਈ ਵਿਵਸਥਾ ਕਰਨਾ। ਫਿਕਸਡ ਅਸੈਟਸ ਤੇ ਡੈਪਰੀਸੀਏਸ਼ਨ ਦਰਸਾਨਾ ਨਾ ਕਿ ਵਾਧਾ ਦਰਸਾਨਾ। ਕ੍ਰੈਡੀਟਰਸ ਦੀ ਛੂਟ ਨੂੰ ਨਜ਼ਰਅੰਦਾਜ਼ ਕਰਨਾ। ਇਸ ਪ੍ਰਿੰਸੀਪਲ ਅਨੁਸਾਰ ਬਿਜ਼ਨਸ ਟ੍ਰਾਂਜੈਕਸ਼ਨਸ ਨੂੰ ਇਸ ਤਰ੍ਹਾਂ ਰਿਕਾਰਡ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਪ੍ਰੋਫਿਟਸ ਨੂੰ ਵੱਧ ਨਾ ਦਿਖਾਇਆ ਜਾਏ। ਕੰਜ਼ਰਵੇਟਿਜ਼ਮ ਦੀ ਪਾਲਿਸੀ ਨੂੰ ਅਡਾਪਟ ਕਰਕੇ ਅਕਾਊਂਟਿੰਗ ਦੀ ਆਲੋਚਨਾ ਹੁੰਦੀ ਹੈ। ਇਸ ਵਿੱਚ ਪ੍ਰੋਸਪੈਕਟਿਵ ਲਾਸਸ ਅਤੇ ਪ੍ਰੋਸਪੈਕਟਿਵ ਪ੍ਰੋਫਿਟਸ ਨਾਲ ਇੱਕੋ ਜਿਹਾ ਵਿਵਹਾਰ ਨਹੀਂ ਕੀਤਾ ਜਾਂਦਾ ਹੈ। ਇਸ ਵਿੱਚ ਹੋਣ ਵਾਲੇ ਲਾਭ ਨੂੰ ਨਜ਼ਰਅੰਦਾਜ਼ ਕੀਤਾ ਜਾਂਦਾ ਹੈ, ਪਰ ਹੋਣ ਵਾਲੇ ਅਨਿਸ਼ਚਿਤ ਘਾਟੇ ਨੂੰ ਦਰਸਾਇਆ ਜਾਂਦਾ ਹੈ। ਚੌਥੀ ਅਕਾਊਂਟਿੰਗ ਕਨਵੈਨਸ਼ਨ ਮੈਟੀਰੀਅਲਿਟੀ ਹੈ। ਅਕਾਊਂਟਿੰਗ ਵਿੱਚ ਹਰ ਤਰ੍ਹਾਂ ਦੀ ਮੈਟੀਰੀਅਲ ਇਨਫੋਰਮੇਸ਼ਨ ਦਾ ਖੁਲਾਸਾ ਹੋਣਾ ਚਾਹੀਦਾ ਹੈ। ਭੌਤਿਕਤਾ ਦਾ ਅਰਥ ਇੱਥੇ ਉਸ ਜਾਣਕਾਰੀ ਨਾਲ ਹੈ ਜਿਸ ਨਾਲ ਬਿਜ਼ਨਸ ਦੇ ਨਤੀਜੇ ਬਦਲ ਸਕਦੇ ਹਨ ਜੇ ਉਹਨਾਂ ਨੂੰ ਦਰਸਾਇਆ ਜਾਵੇ। ਇਸ ਦਾ ਇਹ ਅਰਥ ਨਹੀਂ ਹੈ ਕਿ ਅਕਾਊਂਟਿੰਗ ਵਿੱਚ ਹੱਦ ਤੋਂ ਜ਼ਿਆਦਾ ਜਾਣਕਾਰੀ ਦਿੱਤੀ ਜਾਵੇ
ਕੁਝ ਅਨਇੰਪੋਰਟੈਂਟ ਇਨਫੋਰਮੇਸ਼ਨ ਨੂੰ ਟਾਲਿਆ ਜਾ ਸਕਦਾ ਹੈ ਅਤੇ ਕਈ ਜਾਣਕਾਰੀਆਂ ਨੂੰ ਮਿਲਾ ਕੇ ਦੱਸਿਆ ਜਾ ਸਕਦਾ ਹੈ। ਮਟੀਰੀਅਲਿਟੀ ਇੱਕ ਵਸਤੂ ਜਾਂ ਘਟਨਾ ਦੀ ਦੂਜੀ ਵਸਤੂ ਜਾਂ ਘਟਨਾ ਤੋਂ ਅਹਿਮੀਅਤ ਨੂੰ ਦਰਸਾਉਂਦਾ ਹੈ। ਅਮਰੀਕਨ ਅਕਾਊਂਟਿੰਗ ਐਸੋਸੀਏਸ਼ਨ ਅਨੁਸਾਰ ਕਿਸੇ ਵਸਤੂ ਨੂੰ ਮਟੀਰੀਅਲ ਤਾਂ ਮੰਨਿਆ ਜਾਵੇਗਾ ਜਦੋਂ ਇਹ ਵਿਸ਼ਵਾਸ ਹੋਵੇ ਕਿ ਉਸ ਦੀ ਜਾਣਕਾਰੀ ਨਾਲ ਨਿਵੇਸ਼ਕਾਂ ਦੇ ਫੈਸਲੇ ਤੇ ਅਸਰ ਪਵੇਗਾ, ਅਤੇ ਕਿਸੇ ਵਸਤੂ ਨੂੰ ਮਟੀਰੀਅਲ ਮੰਨਿਆ ਜਾਵੇ ਕਿ ਨਹੀਂ, ਇਹ ਉਸ ਵਸਤੂ ਦੀ ਪ੍ਰਕਿਰਤੀ ਅਤੇ ਮਾਤਰਾ ਤੇ ਨਿਰਭਰ ਕਰਦਾ ਹੈ। ਅਤੇ ਇਸ ਦਾ ਅਰਥ ਹੈ ਇਹ ਫੈਸਲਾ ਲੈਣ ਦੀ ਸ਼ਮਤਾ ਤੇ ਨਿਰਭਰ ਕਰਦਾ ਹੈ ਕਿ ਅਸੀਂ ਕਿਸ ਵਸਤੂ ਨੂੰ ਮਟੀਰੀਅਲ ਕਹਾਂਗੇ ਅਤੇ ਕਿਸ ਨੂੰ ਨਹੀਂ ਕਹਾਂਗੇ, ਅਤੇ ਕੇਵਲ ਉਹਨਾਂ ਵਸਤੂਆਂ ਦਾ ਖੁਲਾਸਾ ਕਰਨਾ ਚਾਹੀਦਾ ਹੈ ਜਿਨ੍ਹਾਂ ਦਾ ਮਹੱਤਵਪੂਰਨ ਅਸਰ ਹੋਵੇ ਜਾਂ ਜਿਨ੍ਹਾਂ ਦੀ ਜਾਣਕਾਰੀ ਯੂਜ਼ਰ ਲਈ ਜ਼ਰੂਰੀ ਹੋਵੇ। ਇੱਕ ਸੰਸਥਾ ਦੇ ਮਟੀਰੀਅਲ ਕਿਸੇ ਦੂਜੀ ਸੰਸਥਾ ਲਈ ਮਟੀਰੀਅਲ ਨਹੀਂ ਵੀ ਹੋ ਸਕਦੇ ਹਨ। ਮਟੀਰੀਅਲ ਬਿਜ਼ਨਸ ਦੇ ਸਾਈਜ਼, ਨੇਚਰ ਅਤੇ ਟ੍ਰੈਡੀਸ਼ਨਸ ਤੇ ਨਿਰਭਰ ਕਰਦਾ ਹੈ। ਕੁਝ ਇਨਫੋਰਮੇਸ਼ਨ ਫੁੱਟਨੋਟਸ ਵਿੱਚ ਵੀ ਦਿੱਤੀ ਜਾ ਸਕਦੀ ਹੈ। ਫੁੱਟਨੋਟਸ ਵਿੱਚ ਦਿੱਤੀ ਜਾਣ ਵਾਲੀ ਕਾਮਨ ਇਨਫੋਰਮੇਸ਼ਨ ਨਿਮਨ ਹਨ: ਕੰਟਿੰਜੈਂਟ ਲਾਇਬਿਲਿਟੀਜ਼ ਸੰਬੰਧੀ ਇਨਫੋਰਮੇਸ਼ਨ, ਮਾਰਕੀਟ ਪ੍ਰਾਈਸ ਆਫ ਇਨਵੈਸਟਮੈਂਟਸ ਸੰਬੰਧੀ ਇਨਫੋਰਮੇਸ਼ਨ। ਅਕਾਊਂਟੈਂਟ ਨੂੰ ਸਦਾ ਇਸ ਗੱਲ ਦਾ ਖਿਆਲ ਰੱਖਣਾ ਚਾਹੀਦਾ ਹੈ ਕਿ ਮਟੀਰੀਅਲਿਟੀ ਦਾ ਅਰਥ ਬਿਜ਼ਨਸ ਸੀਕ੍ਰੇਟਸ ਦਾ ਖੁਲਾਸਾ ਕਰਨਾ ਨਹੀਂ ਹੈ। ਇਸ ਦਾ ਮਕਸਦ ਜ਼ਰੂਰੀ ਜਾਣਕਾਰੀ ਨੂੰ ਗਲਤ ਮਕਸਦ ਦੇ ਬਿਨਾਂ ਪੇਸ਼ ਕਰਨਾ ਹੈ। ਮਟੀਰੀਅਲਿਟੀ ਕਿਸੇ ਵਸਤੂ ਜਾਂ ਘਟਨਾ ਦੀ ਕਿਸੇ ਹੋਰ ਵਸਤੂ ਜਾਂ ਘਟਨਾ ਤੋਂ ਤੁਲਨਾਤਮਕ ਅਹਿਮੀਅਤ ਨੂੰ ਦਰਸਾਉਂਦਾ ਹੈ। ਜੋ ਬੰਦੇ ਅਕਾਊਂਟਿੰਗ ਦੇ ਫੈਸਲਿਆਂ ਨਾਲ ਜੁੜੇ ਹਨ, ਉਹਨਾਂ ਨੂੰ ਅਕਸਰ ਮਟੀਰੀਅਲਿਟੀ ਬਾਰੇ ਫੈਸਲੇ ਲੈਣੇ ਪੈਂਦੇ ਹਨ ਕਿ ਇਹ ਵਸਤੂ ਇੰਨੀ ਵੱਡੀ ਹੈ ਕਿ ਇਸ ਦੀ ਜਾਣਕਾਰੀ ਨਾਲ ਯੂਜ਼ਰ ਪ੍ਰਭਾਵਿਤ ਹੋਵੇਗਾ। ਮਟੀਰੀਅਲਿਟੀ ਕਨਸੈਪਟ ਦਾ ਮਹੱਤਵ ਇਸ ਨਾਲ ਹੈ ਕਿ ਜੇ ਦਿੱਤੀਆਂ ਹਾਲਾਤਾਂ ਵਿੱਚ ਕਿਸੇ ਵਸਤੂ ਬਾਰੇ ਕਥਨ ਨਾ ਕਰਨ ਨਾਲ ਜਾਂ ਉਸ ਨੂੰ ਗਲਤ ਢੰਗ ਨਾਲ ਕਥਨ ਕਰਨ ਨਾਲ ਉਸ ਵਸਤੂ ਦੀ ਜਾਣਕਾਰੀ ਪ੍ਰਾਪਤ ਹੋਣ ਤੇ ਯੂਜ਼ਰ ਦੇ ਫੈਸਲੇ ਤੇ ਅਸਰ ਪੈਂਦਾ ਹੈ, ਜੋ ਕਿ ਸਹੀ ਕਥਨ ਨਾਲ ਬਦਲ ਸਕਦਾ ਹੈ। ਮਟੀਰੀਅਲਿਟੀ ਕਨਸੈਪਟ ਵਿੱਚ ਇੰਪਲੀਕੇਸ਼ਨ ਇਹ ਹੈ ਕਿ ਮਟੀਰੀਅਲ ਡੀਟੇਲਸ ਦੇਣ ਵੇਲੇ ਧਿਆਨ ਰੱਖਣਾ ਚਾਹੀਦਾ ਹੈ ਅਤੇ ਮਾਮੂਲੀ ਗੱਲਾਂ ਨੂੰ ਨਜ਼ਰਅੰਦਾਜ਼ ਕਰ ਦੇਣਾ ਚਾਹੀਦਾ ਹੈ। ਨਹੀਂ ਤਾਂ ਅਕਾਊਂਟਿੰਗ ਇਨਫੋਰਮੇਸ਼ਨ ਬਹੁਤ ਸਾਰੀਆਂ ਮਾਈਨਿਊਟ ਡੀਟੇਲਸ ਨਾਲ ਭਰੀ ਹੋਵੇਗੀ। ਟਰਮ ਮਟੀਰੀਅਲਿਟੀ ਤਾਂ ਰੈਲੇਵੈਂਟ ਹੁੰਦੀ ਹੈ ਜਦੋਂ ਅਕਾਊਂਟਸ ਦੀ ਸਟੇਟਮੈਂਟ ਹਰ ਡੈਟਰ ਨੂੰ ਵੱਖਰੀ ਭੇਜਣੀ ਹੁੰਦੀ ਹੈ। ਇਸ ਦੀ ਐਕਿਊਰੇਸੀ ਨੂੰ ਇੱਕ ਪੈਸੇ ਤੱਕ ਦਰਸਾਉਣਾ ਪੈਂਦਾ ਹੈ, ਪਰ ਜਦੋਂ ਸਬ ਡੈਟਰਸ ਦੀ ਜਾਣਕਾਰੀ ਟੌਪ ਮੈਨੇਜਮੈਂਟ ਨੂੰ ਦੇਣੀ ਹੁੰਦੀ ਹੈ ਤਾਂ ਇਸ ਨੂੰ ਨੀਅਰੈਸਟ 100 ਤੱਕ ਵਿਅਕਤ ਕੀਤਾ ਜਾਂਦਾ ਹੈ। ਪੰਜਵੀਂ ਅਤੇ ਆਖਰੀ ਅਕਾਊਂਟਿੰਗ ਕਨਵੈਨਸ਼ਨ ਹੈ ਆਬਜੈਕਟਿਵਿਟੀ। ਵੈਰੀਫੀਏਬਲ ਆਬਜੈਕਟਿਵਿਟੀ ਦੀ ਕਨਵੈਨਸ਼ਨ ਅਨੁਸਾਰ ਅਕਾਊਂਟਿੰਗ ਵਿੱਚ ਕੋਈ ਵੀ ਪਰਸਨਲ ਬਾਇਸ ਨਹੀਂ ਹੋਣਾ ਚਾਹੀਦਾ ਹੈ। ਮੇਜਰਮੈਂਟ ਜੋ ਕਿ ਵੈਰੀਫੀਏਬਲ ਐਵੀਡੈਂਸ ਤੇ ਆਧਾਰਿਤ ਹੁੰਦੀ ਹੈ, ਉਸ ਨੂੰ ਆਬਜੈਕਟਿਵ ਕਹਿੰਦੇ ਹਨ। ਇਸ ਦਾ ਅਰਥ ਹੈ ਕਿ ਹਰ ਅਕਾਊਂਟਿੰਗ ਟ੍ਰਾਂਜੈਕਸ਼ਨ ਨੂੰ ਕਿਸੇ ਸਬੂਤ ਦੇ ਨਾਲ ਰਿਕਾਰਡ ਕੀਤਾ ਜਾਂਦਾ ਹੈ। ਅਸੀਂ ਕੋਈ ਵੀ ਐਂਟਰੀ ਜਾਂ ਲਿਖਾਈ ਕਿਤਾਬਾਂ ਵਿੱਚ ਤਾਂ ਤੱਕ ਨਹੀਂ ਕਰਦੇ ਹਾਂ ਜਦੋਂ ਤੱਕ ਉਸ ਦਾ ਕੋਈ ਵਾਊਚਰ ਨਾ ਹੋਵੇ। ਇਨਵੌਇਸਸ, ਬਿਲਸ, ਕੈਸ਼ ਮੈਮੋਸ, ਰਿਸਿਪਟਸ, ਸੈਲਰੀ ਬਿਲਸ ਅਤੇ ਡੀਡਸ ਆਦਿ ਵਾਊਚਰਸ ਦੇ ਕੁਝ ਉਦਾਹਰਣ ਹਨ ਜਿਨ੍ਹਾਂ ਨੂੰ ਐਵੀਡੈਂਸ ਦੇ ਤੌਰ ਤੇ ਬਿਜ਼ਨਸ ਟ੍ਰਾਂਜੈਕਸ਼ਨਸ ਨੂੰ ਰਿਕਾਰਡ ਕਰਨ ਲਈ ਇਸਤੇਮਾਲ ਕੀਤਾ ਜਾਂਦਾ ਹੈ। ਇਹਨਾਂ ਡਾਕੂਮੈਂਟਸ ਵਿੱਚ ਕੀਤੇ ਗਏ ਭੁਗਤਾਨ ਦੀ ਰਕਮ, ਭੁਗਤਾਨ ਦੀ ਤਾਰੀਖ, ਕਿਸ ਬੰਦੇ ਨੂੰ ਭੁਗਤਾਨ ਕੀਤਾ ਗਿਆ, ਕਿਸ ਕੰਮ ਲਈ ਭੁਗਤਾਨ ਕੀਤਾ ਗਿਆ, ਕਿਸ ਵਿਅਕਤੀ ਦੁਆਰਾ ਭੁਗਤਾਨ ਕੀਤਾ ਗਿਆ ਅਤੇ ਭੁਗਤਾਨ ਤੇ ਕਿਸ ਦੀ ਮੋਹਰ ਲੱਗੀ ਹੈ, ਅਤੇ ਵਾਊਚਰਾਂ ਨੂੰ ਕੱਟਣਾ ਤਾਂ ਜੋ ਇੱਕੋ ਵਾਊਚਰ ਲਈ 2 ਵਾਰੀ ਭੁਗਤਾਨ ਨਾ ਹੋ ਜਾਏ। ਇਸ ਵਿੱਚ ਜਾਂਚ ਕੀਤੀ ਜਾ ਸਕਦੀ ਹੈ ਜਿਸ ਨਾਲ ਇਨਫੋਰਮੇਸ਼ਨ ਨੂੰ ਟਰੂ ਅਤੇ ਐਕਿਊਰੇਟ ਕੀਤਾ ਜਾ ਸਕਦਾ ਹੈ। ਆਬਜੈਕਟਿਵਿਟੀ, ਰਿਲਾਇਬਿਲਿਟੀ ਅਤੇ ਟਰਸਟਵਰਦੀਨੈਸ ਨੂੰ ਦਰਸਾਉਂਦੀ ਹੈ
ਅਕਾਊਂਟਿੰਗ ਇਨਫੋਰਮੇਸ਼ਨ ਆਬਜੈਕਟਿਵ ਤਾਂ ਹੁੰਦੀ ਹੈ ਜਦੋਂ ਇਸ ਵਿੱਚ ਕੋਈ ਪਰਸਨਲ ਬਾਇਸ ਨਾ ਹੋਵੇ ਜਾਂ ਜਜਮੈਂਟ ਦੇਣ ਵਾਲੇ ਦਾ ਫੈਸਲਾ ਨਾ ਹੋਵੇ। ਅਕਾਊਂਟਿੰਗ ਰਿਕਾਰਡਸ ਨੂੰ ਡਾਕੂਮੈਂਟਰੀ ਐਵੀਡੈਂਸ ਦੇ ਆਧਾਰ ਤੇ ਤਿਆਰ ਕੀਤਾ ਜਾਂਦਾ ਹੈ ਤਾਂ ਜੋ ਜੈਨੂਇਨ ਰਿਜ਼ਲਟਸ ਪੇਸ਼ ਕੀਤੇ ਜਾ ਸਕਣ ਜੋ ਕਿ ਲੀਗਲੀ ਐਕਸੈਪਟੇਬਲ ਹੋਣ। ਡਾਕੂਮੈਂਟਸ ਦੀ ਆਬਜੈਕਟਿਵਿਟੀ ਦਾ ਅਰਥ ਹੈ ਕਿ ਲਗਾਏ ਗਏ ਵਾਊਚਰਾਂ ਵਿੱਚ ਸਹੀ ਜਾਣਕਾਰੀ ਹੈ ਜਿਸ ਨਾਲ ਕੋਈ ਨਿੱਜੀ ਪੱਖਪਾਤ ਨਹੀਂ ਕੀਤਾ ਗਿਆ ਹੋਵੇ। ਇਸ ਨਾਲ ਭੁਗਤਾਨ ਕਰਨ ਵਾਲੀ ਅਤੇ ਭੁਗਤਾਨ ਦੀ ਰਕਮ ਪ੍ਰਾਪਤ ਕਰਨ ਵਾਲੀ ਦੋਨੋਂ ਹੀ ਪਾਰਟੀਆਂ ਨਾਲ ਕੋਈ ਭੇਦਭਾਵ ਜਾਂ ਕੋਈ ਤਰਫਦਾਰੀ ਨਹੀਂ ਕੀਤੀ ਜਾਣੀ ਦਰਸਾਉਂਦਾ ਹੈ। ਜਾਂਚ ਪੜਤਾਲ ਦਾ ਅਰਥ ਹੈ ਕਿ ਇਹਨਾਂ ਡਾਕੂਮੈਂਟਸ ਦੀ ਅਕਾਊਂਟਸ ਦੀ ਕਿਤਾਬਾਂ ਵਿੱਚ ਚੜ੍ਹਾਉਣ ਤੋਂ ਪਹਿਲਾਂ ਜਾਂਚ ਪੜਤਾਲ ਕਰਨਾ। ਇਸ ਦੇ ਬਾਅਦ ਟ੍ਰਾਂਜੈਕਸ਼ਨ ਐਂਟਰੀਜ਼ ਨੂੰ ਅਕਾਊਂਟਸ ਦੀਆਂ ਕਿਤਾਬਾਂ ਵਿੱਚ ਚੜ੍ਹਾਉਣ ਤੋਂ ਬਾਅਦ ਇਹਨਾਂ ਦੀ ਜਾਂਚ ਵਾਊਚਰਸ ਦੀ ਮਦਦ ਨਾਲ ਆਡੀਟਰਸ ਦੁਆਰਾ ਕੀਤੀ ਜਾਂਦੀ ਹੈ। ਵੈਲਿਊ ਆਫ ਅਸੈਟਸ ਨੂੰ ਵੀ ਆਡੀਟਰਸ ਦੁਆਰਾ ਜਾਂਚਿਆ ਜਾਂਦਾ ਹੈ। ਕਨਸੈਪਟ ਆਫ ਵੈਰੀਫੀਏਬਲ ਆਬਜੈਕਟਿਵਸ ਨੂੰ ਅਕਾਊਂਟੈਂਟਸ ਦੁਆਰਾ ਵੀ ਮੰਨਿਆ ਜਾਂਦਾ ਹੈ। ਅਕਾਊਂਟਿੰਗ ਨੂੰ ਕਦੀ ਵੀ ਸਹੀ ਅਤੇ ਸਟੀਕ ਨਹੀਂ ਮੰਨਿਆ ਜਾਂਦਾ ਹੈ ਜੇ ਲੈਣ ਦੇਣ ਦੇ ਰਿਕਾਰਡ ਨੂੰ ਅਕਾਊਂਟਸ ਦੀਆਂ ਕਿਤਾਬਾਂ ਵਿੱਚ ਬਿਨਾਂ ਡਾਕੂਮੈਂਟਰੀ ਪ੍ਰੂਫਸ ਦੇ ਚੜਾਇਆ ਜਾਂਦਾ ਹੈ। ਪ੍ਰਿੰਸੀਪਲ ਆਫ ਆਬਜੈਕਟਿਵਿਟੀ ਦੇ ਅਨੁਸਾਰ ਅਕਾਊਂਟਿੰਗ ਨੂੰ ਡੈਫੀਨਿਟ, ਵੈਰੀਫੀਏਬਲ ਅਤੇ ਬਿਨਾਂ ਕਿਸੇ ਮੈਨੀਪੂਲੇਸ਼ਨ ਜਾਂ ਪਰਸਨਲ ਬਾਇਸ ਤੇ ਦੇਣਾ ਚਾਹੀਦਾ ਹੈ। ਆਓ ਹੁਣ ਸੰਖੇਪ ਕਰੀਏ ਕਿ ਅਸੀਂ ਇਸ ਐਪੀਸੋਡ ਵਿੱਚ ਕੀ ਸਿੱਖਿਆ ਹੈ। ਅਕਾਊਂਟਿੰਗ ਨੌਲੇਜ ਦੀ ਇੱਕ ਸਿਸਟਮੈਟਾਈਜ਼ਡ ਬਾਡੀ ਹੈ ਜਿਸ ਵਿੱਚ ਕਾਜ਼ ਐਂਡ ਇਫੈਕਟ ਰਿਲੇਸ਼ਨਸ਼ਿਪ ਹੁੰਦਾ ਹੈ। ਇਸ ਸਬਜੈਕਟ ਦੇ ਕਈ ਕਨਸੈਪਟਸ, ਕਨਵੈਨਸ਼ਨਸ, ਸਟੈਂਡਰਡ ਲੈਂਗੁਏਜ ਅਤੇ ਟਰਮੀਨੋਲੋਜੀ ਸਥਾਪਿਤ ਹਨ ਜਿਸ ਨਾਲ ਇੰਟਰਸਟਿਡ ਪਾਰਟੀਆਂ ਨੂੰ ਇਸ ਨੂੰ ਸਮਝਣ ਵਿੱਚ ਆਸਾਨੀ ਹੋਵੇ ਤਾਂ ਜੋ ਉਹ ਇਸ ਜਾਣਕਾਰੀ ਨੂੰ ਉਸੇ ਅਰਥ ਵਿੱਚ ਸਮਝ ਸਕਣ ਜਿਸ ਤਰ੍ਹਾਂ ਅਕਾਊਂਟੈਂਟ ਉਹਨਾਂ ਨੂੰ ਸਮਝਾਉਣਾ ਚਾਹੁੰਦਾ ਹੈ। ਇਹਨਾਂ ਨਿਯਮਾਂ ਨੂੰ ਜਨਰਲੀ ਐਕਸੈਪਟਡ ਅਕਾਊਂਟਿੰਗ ਪ੍ਰਿੰਸੀਪਲਸ GAAP ਆਖਦੇ ਹਨ। ਅਕਾਊਂਟਿੰਗ ਅਜ਼ੰਪਸ਼ਨਸ ਅਤੇ ਬਿਜ਼ਨਸ ਟ੍ਰਾਂਜੈਕਸ਼ਨਸ ਨੂੰ ਰਿਕਾਰਡ ਅਤੇ ਰਿਪੋਰਟ ਕਰਨ ਦੇ ਨਿਯਮਾਂ ਨੂੰ ਕਨਸੈਪਟਸ, ਪ੍ਰਿੰਸੀਪਲਸ, ਕਨਵੈਨਸ਼ਨਸ, ਡਾਕਟਰੀਨਸ, ਐਕਸੀਓਮਸ ਅਤੇ ਪੋਸਟੂਲੇਟਸ ਦੀਆਂ ਟਰਮਸ ਨਾਲ ਜਾਣਿਆ ਜਾਂਦਾ ਹੈ। ਕਨਵੈਨਸ਼ਨ ਟਰਮ ਦਾ ਅਰਥ ਹੈ ਐਸਟੈਬਲਿਸ਼ਡ ਯੂਸੇਜ। ਕਨਵੈਨਸ਼ਨਸ ਕਸਟਮਸ ਅਤੇ ਪ੍ਰੈਕਟੀਕੇਬਿਲਿਟੀ ਤੇ ਆਧਾਰਿਤ ਹੁੰਦੀਆਂ ਹਨ ਜਿਸ ਦੇ ਪਿੱਛੇ ਕੁਝ ਤਰਕ ਹੁੰਦਾ ਹੈ। ਟੂ ਅਤੇ ਬਾਏ ਸ਼ਬਦਾਂ ਦਾ ਪ੍ਰਯੋਗ ਪਰਸਨਸ, ਪ੍ਰਾਪਰਟੀਜ਼, ਐਕਸਪੈਂਸਸ ਅਤੇ ਇਨਕਮਸ ਨਾਲ ਕਰਕੇ ਉਹਨਾਂ ਨੂੰ ਡੈਬਿਟ ਅਤੇ ਕ੍ਰੈਡਿਟ ਸਾਈਡ ਦਰਸਾਉਣ ਦੀ ਕਨਵੈਨਸ਼ਨ UK, ਭਾਰਤ ਅਤੇ ਹੋਰ ਕਈ ਦੇਸ਼ਾਂ ਵਿੱਚ ਅਪਣਾਈ ਜਾਂਦੀ ਹੈ ਪਰ USA ਵਿੱਚ ਨਹੀਂ ਅਪਣਾਈ ਜਾਂਦੀ ਹੈ। ਅਕਾਊਂਟਿੰਗ ਦੀਆਂ ਅਨੇਕਾਂ ਕਨਵੈਨਸ਼ਨਸ ਨਿਮਨ ਹਨ। ਫੁੱਲ ਡਿਸਕਲੋਜ਼ਰ, ਕੰਸਿਸਟੈਂਸੀ, ਕੰਜ਼ਰਵੇਟਿਜ਼ਮ, ਮਟੀਰੀਅਲਿਟੀ ਐਂਡ ਆਬਜੈਕਟਿਵਿਟੀ। ਫੁੱਲ ਡਿਸਕਲੋਜ਼ਰ ਕਨਵੈਨਸ਼ਨ ਅਨੁਸਾਰ ਇੱਕ ਸੰਸਥਾ ਦੀ ਇਕੋਨੋਮਿਕ ਅਫੇਅਰਸ ਵਿੱਚ ਸਾਰੀ ਅਹਿਮ ਜਾਣਕਾਰੀਆਂ ਨੂੰ ਪੂਰੀ ਤਰ੍ਹਾਂ ਅਤੇ ਆਸਾਨੀ ਨਾਲ ਸਮਝ ਆਉਣ ਵਾਲੀ ਰਿਪੋਰਟਸ ਦੇ ਰੂਪ ਵਿੱਚ ਦਰਸਾਇਆ ਜਾਣਾ ਚਾਹੀਦਾ ਹੈ। ਇਸ ਕਨਵੈਨਸ਼ਨ ਦੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਫਾਈਨੈਂਸ਼ੀਅਲ ਸਟੇਟਮੈਂਟਸ ਥੱਲੇ ਫੁੱਟਨੋਟ ਦਿੱਤੇ ਜਾਂਦੇ ਹਨ। ਕਾਨੂੰਨੀ ਜ਼ਰੂਰਤਾਂ ਦੇ ਨਾਲ ਅਕਾਊਂਟਿੰਗ ਦੇ ਗੁੱਡ ਅਕਾਊਂਟਿੰਗ ਪ੍ਰੈਕਟਿਸ ਵਿੱਚ ਸਾਰੀਆਂ ਜ਼ਰੂਰੀ ਜਾਣਕਾਰੀਆਂ ਦਾ ਖੁਲਾਸਾ ਕਰਨਾ ਜ਼ਰੂਰੀ ਹੁੰਦਾ ਹੈ। ਡਿਸਕਲੋਜ਼ਰ ਦੀ ਡਾਕਟਰੀਨ ਅਨੁਸਾਰ
ਫਾਈਨੈਂਸ਼ੀਅਲ ਸਟੇਟਮੈਂਟਸ ਵਿੱਚ ਹਰ ਤਰ੍ਹਾਂ ਦੀਆਂ ਵਸਤੂਆਂ ਸੰਬੰਧੀ ਜਾਣਕਾਰੀ ਦਾ ਖੁਲਾਸਾ ਹੋਣਾ ਚਾਹੀਦਾ ਹੈ ਤਾਂ ਜੋ ਸ਼ੇਅਰ ਹੋਲਡਰਸ, ਕ੍ਰੈਡੀਟਰਸ ਅਤੇ ਬੈਂਕਰਸ ਨੂੰ ਰੈਲੇਵੈਂਟ ਅਤੇ ਰਿਲਾਇਬਲ ਇਨਫੋਰਮੇਸ਼ਨ ਪ੍ਰਾਪਤ ਹੋ ਸਕੇ ਜੋ ਉਹਨਾਂ ਲਈ ਲਾਭਕਾਰੀ ਹੋਏ। ਜੇ ਬੈਲੈਂਸ ਸ਼ੀਟ ਵਿੱਚ ਕੋਈ ਜਾਣਕਾਰੀ ਦਰਸਾਈ ਨਹੀਂ ਜਾਂਦੀ ਤਾਂ ਅਪੈਂਡਿੰਗ ਨੋਟਸ ਦੀ ਮਦਦ ਨਾਲ ਪ੍ਰਿੰਸੀਪਲ ਆਫ ਫੁੱਲ ਡਿਸਕਲੋਜ਼ਰ ਦਾ ਪਾਲਨ ਕੀਤਾ ਜਾਂਦਾ ਹੈ। ਇਹ ਜ਼ਰੂਰੀ ਹੁੰਦਾ ਹੈ ਕਿ ਦਿੱਤੀ ਗਈ ਜਾਣਕਾਰੀ ਦਾ ਅਕਾਊਂਟ ਰੱਖਿਆ ਜਾਏ ਅਤੇ ਇਹ ਵਾਸਤਵਿਕ ਅਤੇ ਆਰਥਿਕ ਰੂਪ ਵਿੱਚ ਉਪਲਬਧ ਹੋਏ, ਨਾ ਕਿ ਕੇਵਲ ਲੀਗਲ ਫਾਰਮ ਦੀ ਪੂਰਤੀ ਕਰਨ ਲਈ ਹੋਵੇ। ਕਨਵੈਨਸ਼ਨ ਆਫ ਕੰਸਿਸਟੈਂਸੀ ਅਨੁਸਾਰ ਇੱਕ ਵਾਰੀ ਚੁਣੇ ਗਏ ਅਕਾਊਂਟਿੰਗ ਦੇ ਤਰੀਕੇ ਨੂੰ ਮੰਨ ਕੇ ਹਰ ਸਾਲ ਉਸੇ ਦੇ ਆਧਾਰ ਤੇ ਅਕਾਊਂਟਿੰਗ ਕੀਤੀ ਜਾਂਦੀ ਹੈ। ਇਸ ਨਾਲ ਅਕਾਊਂਟਿੰਗ ਇਨਫੋਰਮੇਸ਼ਨ ਨੂੰ ਸਮਝਣ ਵਿੱਚ ਅਤੇ ਉਹਨਾਂ ਦੀ ਪਿਛਲੇ ਸਾਲਾਂ ਦੇ ਅਕਾਊਂਟਸ ਨਾਲ ਤੁਲਨਾ ਅਕਾਊਂਟਿੰਗ ਦੀ ਜਾਣਕਾਰੀ ਦੀ ਗੁਣਾਤਮਕ ਵਿਸ਼ੇਸ਼ਤਾ ਕਰਨ ਵਿੱਚ ਮਦਦ ਮਿਲਦੀ ਹੈ। ਇਹ ਪ੍ਰਿੰਸੀਪਲ ਤਾਂ ਹੋਰ ਵੀ ਮਹੱਤਵਪੂਰਨ ਹੋ ਜਾਂਦਾ ਹੈ ਜਦੋਂ ਵੱਖਰੇ-ਵੱਖਰੇ ਅਕਾਊਂਟਿੰਗ ਦੇ ਤਰੀਕੇ ਅਪਣਾਏ ਜਾਂਦੇ ਹਨ ਅਤੇ ਸਾਰੇ ਹੀ ਮੰਨੇ ਜਾਂਦੇ ਹੋਣ। ਕੰਸਿਸਟੈਂਸੀ ਦੀ ਕਨਵੈਨਸ਼ਨ ਦਾ ਇਹ ਅਰਥ ਨਹੀਂ ਹੈ ਕਿ ਬਿਜ਼ਨਸ ਬਿਹਤਰ ਅਤੇ ਨਵੇਂ ਤਰੀਕਿਆਂ ਨੂੰ ਨਹੀਂ ਅਪਣਾ ਸਕਦਾ। ਜੇ ਬਿਜ਼ਨਸ ਪੁਰਾਣੇ ਤਰੀਕਿਆਂ ਤੋਂ ਡਿਵੀਏਟ ਹੁੰਦਾ ਹੈ ਤਾਂ ਤਰੀਕੇ ਬਦਲ ਜਾਂਦੇ ਹਨ, ਤਾਂ ਇਸ ਜਾਣਕਾਰੀ ਦਾ ਖੁਲਾਸਾ ਰੀਜ਼ਨਸ ਨਾਲ ਹੋਣਾ ਚਾਹੀਦਾ ਹੈ। ਕਨਵੈਨਸ਼ਨ ਆਫ ਕੰਸਿਸਟੈਂਸੀ ਨੂੰ ਉਹਨਾਂ ਸੂਰਤਾਂ ਵਿੱਚ ਅਪਣਾਇਆ ਜਾਣਾ ਚਾਹੀਦਾ ਹੈ ਜਿੱਥੇ ਅਨੁਕੂਲਤਾ ਨਾ ਹੋਵੇ। ਫਾਈਨੈਂਸ਼ੀਅਲ ਸਟੇਟਮੈਂਟਸ ਵਿੱਚ ਕੰਜ਼ਰਵੇਟਿਜ਼ਮ ਅਨੁਸਾਰ ਕਿਸੇ ਤਰ੍ਹਾਂ ਦੇ ਲਾਭ ਦੀ ਭਵਿੱਖਬਾਣੀ ਨਹੀਂ ਕਰਨੀ ਚਾਹੀਦੀ ਹੈ, ਪਰ ਹਰ ਤਰ੍ਹਾਂ ਦੇ ਹੋ ਸਕਣ ਵਾਲੇ ਘਾਟੇ ਨੂੰ ਜੋੜਿਆ ਜਾਣਾ ਚਾਹੀਦਾ ਹੈ। ਇਸ ਸਿਧਾਂਤ ਦਾ ਇਸਤੇਮਾਲ ਇਹ ਸੁਨਿਸ਼ਚਿਤ ਕਰਦਾ ਹੈ ਕਿ ਫਾਈਨੈਂਸ਼ੀਅਲ ਸਟੇਟਮੈਂਟਸ ਦੁਆਰਾ ਇੱਕ ਐਂਟਰਪ੍ਰਾਈਜ਼ ਦੀ ਸਥਿਤੀ ਦੀ ਸੱਚੀ ਤਸਵੀਰ ਦਰਸਾਈ ਜਾਵੇ, ਨਾ ਕਿ ਕੋਈ ਬਿਹਤਰ ਤਸਵੀਰ ਪੇਸ਼ ਕੀਤੀ ਜਾਵੇ। ਇਸ ਸਿਧਾਂਤ ਅਨੁਸਾਰ ਬਿਜ਼ਨਸ ਟ੍ਰਾਂਜੈਕਸ਼ਨਸ ਨੂੰ ਇਸ ਤਰ੍ਹਾਂ ਰਿਕਾਰਡ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਲਾਭ ਨੂੰ ਵੱਧ ਨਾ ਦਿਖਾਇਆ ਜਾਏ। ਪਾਲਿਸੀ ਆਫ ਕੰਜ਼ਰਵੇਟਿਜ਼ਮ ਨੂੰ ਅਪਣਾਉਣ ਕਰਕੇ ਅਕਾਊਂਟਿੰਗ ਦੀ ਆਲੋਚਨਾ ਹੁੰਦੀ ਹੈ, ਜਿਸ ਵਿੱਚ ਭਵਿੱਖ ਵਿੱਚ ਹੋਣ ਵਾਲੇ ਘਾਟੇ ਅਤੇ ਲਾਭ ਨਾਲ ਇੱਕੋ ਜਿਹਾ ਵਿਵਹਾਰ ਨਹੀਂ ਕੀਤਾ ਜਾਂਦਾ ਹੈ। ਇਸ ਵਿੱਚ ਹੋਣ ਵਾਲੇ ਲਾਭ ਨੂੰ ਨਜ਼ਰਅੰਦਾਜ਼ ਕੀਤਾ ਜਾਂਦਾ ਹੈ, ਪਰ ਹੋਣ ਵਾਲੇ ਅਨਿਸ਼ਚਿਤ ਘਾਟੇ ਨੂੰ ਦਰਸਾਇਆ ਜਾਂਦਾ ਹੈ। ਅਕਾਊਂਟਿੰਗ ਵਿੱਚ ਹਰ ਤਰ੍ਹਾਂ ਦੀ ਮਟੀਰੀਅਲ ਇਨਫੋਰਮੇਸ਼ਨ ਦਾ ਖੁਲਾਸਾ ਹੋਣਾ ਚਾਹੀਦਾ ਹੈ। ਮਟੀਰੀਅਲਿਟੀ ਦਾ ਅਰਥ ਇੱਥੇ ਉਸ ਜਾਣਕਾਰੀ ਨਾਲ ਹੈ ਜਿਸ ਨਾਲ ਬਿਜ਼ਨਸ ਦੇ ਨਤੀਜੇ ਬਦਲ ਸਕਦੇ ਹਨ, ਜੇ ਉਹਨਾਂ ਨੂੰ ਦਰਸਾਇਆ ਜਾਵੇ। ਇਸ ਦਾ ਇਹ ਅਰਥ ਨਹੀਂ ਹੈ ਕਿ ਅਕਾਊਂਟਿੰਗ ਵਿੱਚ ਹੱਦ ਤੋਂ ਜ਼ਿਆਦਾ ਜਾਣਕਾਰੀ ਦਿੱਤੀ ਜਾਵੇ। ਕੁਝ ਅਨਾਵਸ਼ਕ ਜਾਣਕਾਰੀ ਨੂੰ ਟਾਲਿਆ ਜਾ ਸਕਦਾ ਹੈ ਅਤੇ ਕਈ ਜਾਣਕਾਰੀਆਂ ਨੂੰ ਮਿਲਾ ਕੇ ਦੱਸਿਆ ਜਾ ਸਕਦਾ ਹੈ। ਅਕਾਊਂਟੈਂਟ ਨੂੰ ਸਦਾ ਇਸ ਗੱਲ ਦਾ ਖਿਆਲ ਰੱਖਣਾ ਚਾਹੀਦਾ ਹੈ ਕਿ ਮਟੀਰੀਅਲਿਟੀ ਦਾ ਅਰਥ ਕਾਰੋਬਾਰੀ ਭੇਤ ਦਾ ਖੁਲਾਸਾ ਕਰਨਾ ਨਹੀਂ ਹੈ। ਇਸ ਦਾ ਜ਼ੋਰ ਜ਼ਰੂਰੀ ਜਾਣਕਾਰੀ ਨੂੰ ਗਲਤ ਮਕਸਦ ਦੇ ਬਿਨਾਂ ਪੇਸ਼ ਕਰਨਾ ਹੈ। ਕਨਵੈਨਸ਼ਨ ਆਫ ਵੈਰੀਫਾਈਏਬਲ ਆਬਜੈਕਟਿਵਿਟੀ ਅਨੁਸਾਰ ਅਕਾਊਂਟਿੰਗ ਵਿੱਚ ਕੋਈ ਵੀ ਪਰਸਨਲ ਬਾਇਸ ਨਹੀਂ ਹੋਣਾ ਚਾਹੀਦਾ ਹੈ। ਮੈਜ਼ਰਮੈਂਟ ਜੋ ਕਿ ਵੈਰੀਫਾਈਏਬਲ ਐਵੀਡੈਂਸ ਤੇ ਆਧਾਰਿਤ ਹੈ, ਉਸ ਨੂੰ ਆਬਜੈਕਟਿਵ ਕਹਿੰਦੇ ਹਨ। ਇਸ ਦਾ ਅਰਥ ਹੈ ਕਿ ਹਰ ਅਕਾਊਂਟਿੰਗ ਵਿੱਚ ਹਰ ਟ੍ਰਾਂਜੈਕਸ਼ਨ ਨੂੰ ਕਿਸੇ ਡਾਕੂਮੈਂਟਰੀ ਐਵੀਡੈਂਸ ਦੇ ਨਾਲ ਰਿਕਾਰਡ ਕੀਤਾ ਜਾਂਦਾ ਹੈ। ਅਸੀਂ ਇਸ ਐਪੀਸੋਡ ਵਿੱਚ ਅਕਾਊਂਟਿੰਗ ਕਨਵੈਨਸ਼ਨਸ ਬਾਰੇ ਜਾਣਿਆ ਹੈ। ਉਮੀਦ ਕਰਦੀ ਹਾਂ ਤੁਹਾਨੂੰ ਇਹ ਐਪੀਸੋਡ ਚੰਗੀ ਤਰ੍ਹਾਂ ਸਮਝ ਆਇਆ ਹੋਵੇਗਾ। ਧੰਨਵਾਦ।